ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਪਿਛਲੇ ਦਿਨੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਾਫੀ ਵੱਡੇ ਐਲਾਨ ਕੀਤੇ ਨੇ। ਇਹਨਾਂ ਦੇ ਵਿੱਚੋਂ ਇੱਕ ਐਲਾਨ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੈ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਸਰਕਾਰ 35,000 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਜਾ ਰਹੀ ਹੈ। ਤੇ ਮਾਨ ਸਾਹਿਬ ਨੇ ਇਹਦੇ ਵਿੱਚ ਇੱਕ ਗੱਲ ਹੋਰ ਵੀ ਕਹੀ ਹੈ ਕਿ ਉਹ ਚਾਹੁੰਦੇ ਨੇ ਕਿ ਇਸ ਕੰਮ ਨੂੰ ਇਸ ਤਰੀਕੇ ਨਾਲ ਸਰਕਾਰ ਦੁਆਰਾ ਕੀਤਾ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਕੋਈ ਕਾਨੂੰਨੀ ਅੜਿੱਕਾ ਨਾ ਬਣੇ। ਤਾਂ ਦੋਸਤੋ ਕਾਨੂੰਨੀ ਅੜਿੱਕਾ ਕੀ ਬਣ ਸਕਦਾ ਹੈ? ਅੱਜ ਕੱਲ੍ਹ ਇੱਕ ਕੇਸ ਚਰਚਾ ਦੇ ਵਿੱਚ ਲਗਾਤਾਰ ਬਣ ਰਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਇਹ ਕੇਸ ਹੈ ਜਿਹੜਾ ਉਹ ਪੱਕੇ ਨਹੀਂ ਹੋਣ ਦੇਊਗਾ। ਉਹ ਕੇਸ ਹੈ ਦੋਸਤੋ ਊਮਾ ਦੇਵੀ ਦਾ। ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਡਿਸਾਈਡ ਹੋਇਆ ਤੇ ਇਸ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਪੁਆਇੰਟਸ ਨੇ ਜਿਹੜੇ ਉਹ ਡਿਸਾਈਡ ਕੀਤੇ ਨੇ ਕੱਚੇ ਮੁਲਾਜ਼ਮਾਂ ਦੀ ਰੈਗੂਲਰਾਈਜੇਸ਼ਨ ਨੂੰ ਲੈ ਕੇ। ਤਾਂ ਦੋਸਤੋ ਸਾਰੇ ਫੈਕਟਸ ਨੇ ਜਿਹੜੇ ਇਸ ਕੇਸ ਦੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਕਿ ਕੱਚੇ ਮੁਲਾਜ਼ਮਾਂ ਦੇ ਮਨ ਦੇ ਵਿੱਚ ਜੇ ਕੋਈ ਵੀ ਸ਼ੰਕਾ, ਕੋਈ ਦੁਵਿਧਾ ਜਾਂ ਕੋਈ ਡਰ ਹੈ ਇਹਨਾਂ ਕੇਸਾਂ ਦੇ ਪੁਆਇੰਟਸ ਨੂੰ ਲੈ ਕੇ ਤਾਂ ਉਹ ਦੂਰ ਹੋ ਸਕੇ। ਦੋਸਤੋ ਸਕਰੀਨ ਦੇ ਉੱਪਰ ਜਿਹੜਾ ਤੁਸੀਂ ਡਾਕੂਮੈਂਟ ਦੇਖ ਰਹੇ ਹੋ ਇਹ ਗਵਰਨਮੈਂਟ ਆਫ ਇੰਡੀਆ ਦੁਆਰਾ ਇਸ਼ੂ ਕੀਤਾ ਡਾਕੂਮੈਂਟ ਹੈ ਤੇ ਸੁਪਰੀਮ ਕੋਰਟ ਦੇ ਇਹਨਾਂ ਕੇਸਿਸ ਦੇ ਬੇਸ ਦੇ ਉੱਪਰ ਇਹ ਪੁਆਇੰਟਸ ਨੂੰ ਸਮ ਅਪ ਕੀਤਾ ਹੋਇਆ ਸਰਕਾਰ ਨੇ ਕਿ ਜੇ ਕੋਈ ਵੀ ਸਰਕਾਰੀ ਅਦਾਰਾ ਆਪਣੇ ਕਰਮਚਾਰੀਆਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹਨਾਂ ਨੂੰ ਰੈਗੂਲਰਾਈਜ਼ ਕਰਦਾ ਹੈ ਤਾਂ ਇਹਨਾਂ ਪੁਆਇੰਟਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਉਹ ਸਰਵਿਸਿਜ਼ ਦੀ ਰੈਗੂਲਰਾਈਜੇਸ਼ਨ ਹੈ ਜਿਹੜੀ ਉਹ ਕਿਸੇ ਵੀ ਤਰ੍ਹਾਂ ਨਾਲ ਚੈਲੰਜ ਨਾ ਹੋ ਸਕੇ ਤੇ ਉਹ ਇਲੀਗਲ ਨਾ ਮੰਨੀ ਜਾਵੇ। ਤਾਂ ਇਹ ਪੁਆਇੰਟਸ ਜ਼ਰੂਰ ਕੰਸੀਡਰ ਕਰਨੇ ਨੇ ਸਰਕਾਰ ਨੇ ਜਦੋਂ ਵੀ ਕੋਈ ਸਰਵਿਸ ਰੈਗੂਲਰਾਈਜ਼ ਕਰੀ ਜਾਂਦੀ ਹੈ। ਤਾਂ ਦੋਸਤੋ ਇਹਦੇ ਵਿੱਚ ਮੇਨ ਪੁਆਇੰਟ ਹੈ ਜਿਹੜਾ ਪਹਿਲਾਂ ਤੁਹਾਨੂੰ ਕੇਸ ਦੱਸ ਦਈਏ ਕਿ ਇਹ ਕੇਸ ਦੋਸਤੋ 10 ਅਪ੍ਰੈਲ 2006 ਨੂੰ ਸੁਪਰੀਮ ਕੋਰਟ ਦੇ ਵਿੱਚ ਡਿਸਾਈਡ ਹੋਇਆ ਸੀ। ਊਮਾ ਦੇਵੀ ਦਾ ਇਹ ਕੇਸ ਹੈ ਤੇ ਇਹਦੇ ਬੇਸਿਸ 'ਤੇ ਜਿਹੜੀ ਗੱਲ ਮੇਨ ਹੈਗੀ ਹੈ ਕਿ ਜਿਹੜੀਆਂ ਅਪੁਆਇੰਟਮੈਂਟਸ ਨੇ ਜਿਨ੍ਹਾਂ ਨੂੰ ਸਰਕਾਰ ਰੈਗੂਲਰਾਈਜ਼ ਕਰਨ ਜਾ ਰਹੀ ਹੈ ਉਹ ਕੌਨਸਟੀਟਿਊਸ਼ਨਲ ਸਕੀਮ ਦੇ ਅੰਡਰ ਆਉਂਦੀਆਂ ਹੋਣ, ਭਾਵ ਅਖਬਾਰ ਦੇ ਵਿੱਚ ਬਰਾਬਰ ਉਹਦਾ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਹੈ, ਸੈਂਕਸ਼ਨ ਪੋਸਟ ਦੇ ਅਗੇਂਸਟ ਉਹ ਰਿਕਰੂਟਮੈਂਟਸ ਹੋਣੀਆਂ ਚਾਹੀਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਕੰਪੀਟੀਟਿਵ ਵੇ ਦੇ ਨਾਲ ਇਹ ਜਿਹੜੀਆਂ ਰਿਕਰੂਟਮੈਂਟਸ ਨੇ ਉਹ ਹੋਣੀਆਂ ਚਾਹੀਦੀਆਂ ਨੇ ਕਿ ਸਭ ਨੂੰ ਬਰਾਬਰ ਦਾ ਮੌਕਾ ਦਿੱਤਾ ਗਿਆ ਹੋਵੇ ਇਹਨਾਂ ਭਰਤੀਆਂ ਵਾਸਤੇ। ਤੇ ਦੂਸਰੀ ਇਹਦੇ ਵਿੱਚ ਗੱਲ ਦੱਸੀ ਗਈ ਹੈ ਕਿ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਸਰਵਿਸ ਹੈ ਉਹ 10 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਹੋਵੇ ਵਿਦਆਊਟ ਐਨੀ ਕੋਰਟ ਆਰਡਰ। ਕਹਿਣ ਤੋਂ ਭਾਵ ਕਿ ਕਿਸੇ ਵੀ ਕੋਰਟ ਆਰਡਰ ਤੋਂ ਬਿਨਾਂ ਇਹ ਸਰਵਿਸਿਜ਼ ਕੀਤੀਆਂ ਹੋਣ 10 ਸਾਲ ਤੋਂ ਜ਼ਿਆਦਾ ਦੀਆਂ, ਸਰਕਾਰ ਨੇ ਆਪਣੀ ਮਰਜ਼ੀ ਨਾਲ ਇਹਨਾਂ ਦੀ ਸਰਵਿਸਿਜ਼ ਨੂੰ ਰੈਗੂਲਰ ਰੱਖਿਆ ਹੋਵੇ 10 ਸਾਲ ਜਾਂ ਉਸ ਤੋਂ ਜ਼ਿਆਦਾ ਦੇ ਸਮੇਂ ਤੱਕ ਇਹਨਾਂ ਕਰਮਚਾਰੀਆਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਰੈਗੂਲਰ ਕੀਤੀਆਂ ਜਾ ਸਕਦੀਆਂ ਨੇ। ਦੂਸਰੇ ਦੋਸਤੋ ਇੱਥੇ ਪੁਆਇੰਟਸ ਦੱਸੇ ਹੋਏ ਨੇ ਜਿਹੜੇ ਉਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੇਨ ਪੁਆਇੰਟ ਇਹ ਆ ਜਾਂਦੇ ਨੇ। ਇੱਕ ਤਾਂ ਹੈ ਇਕੁਐਲਿਟੀ ਆਫ ਅਪੋਰਚੁਨਿਟੀ। ਇਹ ਹੈ ਜਿਹੜੀ ਵੀ ਸਭ ਨੂੰ ਐਡਵਰਟਾਈਜ਼ਮੈਂਟ ਦੇ ਕੇ ਆਮ ਪਬਲਿਕ ਨੂੰ ਸਾਰਿਆਂ ਨੂੰ ਮੌਕਾ ਦਿੱਤਾ ਗਿਆ ਹੋਵੇ ਬਰਾਬਰ ਦਾ ਉਹਨਾਂ ਪੋਸਟਾਂ ਵਾਸਤੇ ਅਪਲਾਈ ਕਰਨ ਵਾਸਤੇ। ਦੂਸਰਾ ਪੁਆਇੰਟ ਜਿਹੜਾ ਹੈਗਾ ਹੈ ਕਿ ਜਿਹੜੀਆਂ ਵੈਕੈਂਸੀ ਫਿਲ ਕਰੀਆਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਰੈਗੂਲੈਰਿਟੀ ਨਾ ਹੋਵੇ। ਇਹ ਜਿਹੜੀਆਂ ਭਰਤੀਆਂ ਨੇ ਕਿਸੇ ਵੀ ਸਿਫਾਰਿਸ਼ ਦੇ ਉੱਪਰ ਨਾ ਹੋਈਆਂ ਹੋਣ ਤੇ ਮੈਨਰ ਹੈ ਜਿਹੜਾ ਇਹਨਾਂ ਦੀ ਭਰਤੀ ਦਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ। ਤੇ ਅਗਲਾ ਪੁਆਇੰਟ ਦੋਸਤੋ ਇਹਦੇ ਵਿੱਚ ਜਿਹੜਾ ਮੇਨ ਹੈ ਕੰਟਰੈਕਟ ਸਰਵਿਸ ਨੂੰ ਲੈ ਕੇ ਕਿ ਜੇ ਤੁਹਾਡੀ ਸਰਵਿਸ ਐਡਹੌਕ ਹੈ ਤੇ ਤੁਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਹੱਕ ਬਣ ਜਾਂਦਾ ਹੈ ਸਰਵਿਸ ਰੈਗੂਲਰਾਈਜ਼ ਕਰਵਾਉਣ ਵਾਸਤੇ। ਤਾਂ ਇਹ ਚੀਜ਼ ਵੀ ਧਿਆਨ ਦੇਣ ਯੋਗ ਹੈ ਕਿ ਜਿਹੜੀਆਂ ਸਰਵਿਸਿਜ਼ ਐਡਹੌਕ ਇਨ ਨੇਚਰ ਨੇ ਜਿਨ੍ਹਾਂ ਦੀ ਲੋੜ ਪਰਮਾਨੈਂਟਲੀ ਨਹੀਂ ਹੈਗੀ ਤੇ ਉਹਨਾਂ ਦੀਆਂ ਸਰਵਿਸਿਜ਼ ਐਡਹੌਕ ਬੇਸਿਸ 'ਤੇ ਨੇ ਤਾਂ ਲੰਬੀ ਸਰਵਿਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਹੱਕ ਬਣ ਜਾਂਦਾ ਹੈ ਕਿ ਉਹਨਾਂ ਦੀ ਸਰਵਿਸ ਹੈ ਜਿਹੜੀ ਰੈਗੂਲਰ ਕੀਤੀ ਜਾਵੇ। ਤੇ ਅਗਲਾ ਪੁਆਇੰਟ ਦੋਸਤੋ ਇਹਦੇ ਵਿੱਚ ਹੈ ਕਿ ਕੋਈ ਵੀ ਸਰਵਿਸ, ਕੋਈ ਵੀ ਅਪੁਆਇੰਟਮੈਂਟ ਹੈ ਜਿਹੜੀ ਜੇ ਉਹ ਐਡਵਰਟਾਈਜ਼ਮੈਂਟ ਇਸ਼ੂ ਕੀਤੇ ਬਿਨਾਂ ਤੇ ਬਰਾਬਰ ਦਾ ਮੌਕਾ ਸਭ ਨੂੰ ਦਿੱਤੇ ਬਿਨਾਂ ਜੇ ਕੀਤੀ ਜਾਂਦੀ ਹੈ ਤਾਂ ਉਹ ਕੌਨਸਟੀਟਿਊਸ਼ਨ ਦੇ ਆਰਟੀਕਲ 16 ਦੀ ਵਾਇਓਲੇਸ਼ਨ ਮੰਨੀ ਜਾਊਗੀ। ਤਾਂ ਇਹ ਦੋਸਤੋ ਅਨਕੌਨਸਟੀਟਿਊਸ਼ਨਲ ਭਰਤੀ ਮੰਨੀ ਜਾਊਗੀ ਜੇ ਵਿਦਆਊਟ ਐਡਵਰਟਾਈਜ਼ਮੈਂਟ ਉਹ ਭਰਤੀ ਹੋਈ ਹੈ। ਅੱਗੇ ਦੋਸਤੋ ਜਿਹੜਾ ਪੁਆਇੰਟ ਹੈ ਉਹ ਹੈ ਕਿ ਜੇ ਇਹ ਕੰਟਰੈਕਚੁਅਲ ਅਪੁਆਇੰਟਮੈਂਟ ਹੈ ਤਾਂ ਜਦੋਂ ਕੰਟਰੈਕਟ ਐਂਡ ਹੋ ਜਾਂਦਾ ਤਾਂ ਉਹ ਅਪੁਆਇੰਟਮੈਂਟ ਦਾ ਵੀ ਐਂਡ ਮੰਨਿਆ ਜਾਊਗਾ।
ਤੇ ਅਗਲਾ ਪੁਆਇੰਟ ਦੋਸਤੋ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀਆਂ ਵੀ ਕੋਈ ਰੈਗੂਲਰਾਈਜੇਸ਼ਨ ਇਸ ਤੋਂ ਪਹਿਲਾਂ ਹੋ ਚੁੱਕੀਆਂ ਨੇ ਇਸ ਜੱਜਮੈਂਟ ਦੇ ਪਾਸ ਹੋਣ ਤੋਂ ਪਹਿਲਾਂ, ਤਾਂ ਉਹਨਾਂ ਨੂੰ ਰੀਓਪਨ ਕਰਨ ਦੀ ਕੋਈ ਲੋੜ ਨਹੀਂ ਹੈਗੀ। ਫਰਦਰ ਇਸ ਜੱਜਮੈਂਟ ਨੂੰ ਬਾਈਪਾਸ ਨਾ ਕੀਤਾ ਜਾਵੇ ਕਿਸੇ ਹੋਰ ਸਰਵਿਸ ਨੂੰ ਰੈਗੂਲਰਾਈਜ਼ ਕਰਦੇ ਹੋਏ। ਅੱਗੇ ਦੋਸਤੋ ਇੱਕ ਹੋਰ ਕੇਸ ਮੈਂਸ਼ਨ ਕੀਤਾ ਹੋਇਆ ਤੇ ਸਟੇਟ ਆਫ ਕਰਨਾਟਕਾ ਵਰਸਸ ML ਕੇਸਰੀ। ਇਹ 3/8/2010 ਨੂੰ ਡਿਸਾਈਡ ਹੋਇਆ ਸੀ, ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਸੀ। ਤੇ ਇਹਦੇ ਵਿੱਚ ਦੋਸਤੋ ਕੁਝ ਆਸਪੈਕਟਸ ਕਲੀਅਰ ਕੀਤੇ ਸੀ ਸੁਪਰੀਮ ਕੋਰਟ ਨੇ, ਉਹ ਵੀ ਇੱਥੇ ਮੈਂਸ਼ਨ ਕੀਤੇ ਹੋਏ ਨੇ। ਪਹਿਲਾ ਪੁਆਇੰਟ ਇੱਥੇ ਜਿਹੜਾ ਦੱਸਿਆ ਹੋਇਆ ਦੋਸਤੋ ਉਹ ਇਹ ਹੈ ਕਿ ਜਿਹੜਾ EMPLOYEE ਹੈ ਉਹ 10 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਸਰਵਿਸ ਉਹਨੇ ਕੀਤੀ ਹੋਵੇ ਸੈਂਕਸ਼ਨਡ ਪੋਸਟ ਦੇ ਉੱਪਰ, ਤੇ ਇਹ ਜਿਹੜੀ ਸਰਵਿਸ ਹੈ ਉਹ ਕਿਸੇ ਵੀ ਕੋਰਟ ਆਰਡਰ ਤੋਂ ਬਿਨਾਂ ਹੋਈ ਹੋਵੇ ਤੇ ਗਵਰਨਮੈਂਟ ਨੇ ਆਪਣੀ ਮਰਜ਼ੀ ਦੇ ਨਾਲ ਇਹ ਜਿਹੜੀ ਸਰਵਿਸ ਹੈ ਉਹ ਕੰਟੀਨਿਊ ਕਰੀ ਹੋਵੇ ਉਸ ਕਰਮਚਾਰੀ ਦੀ। ਤੇ ਅੱਗੇ ਦੋਸਤੋ ਪੁਆਇੰਟ ਹੈ ਜਿਹੜਾ ਉਹ ਹੈ ਕਿ ਇਸ ਜਿਹੜੇ EMPLOYEE ਦੀ ਸਰਵਿਸ ਰੈਗੂਲਰ ਹੋਣ ਜਾ ਰਹੀ ਹੈ ਉਹਦੀ ਜਿਹੜੀ ਅਪੁਆਇੰਟਮੈਂਟ ਹੈ ਉਹ ਇਲੀਗਲ ਨਹੀਂ ਹੋਣੀ ਚਾਹੀਦੀ, ਇਰਰੈਗੂਲਰ ਹੋ ਸਕਦੀ ਹੈ। ਤਾਂ ਇੱਥੇ ਜੇ ਆਪਾਂ ਕਹੀਏ ਕਿ ਜੇ ਕਿਸੇ ਬੰਦੇ ਦੀ ਅਪੁਆਇੰਟਮੈਂਟ ਹੈ ਉਹ ਸੈਂਕਸ਼ਨਡ ਪੋਸਟ ਦੇ ਅਗੇਂਸਟ ਨਹੀਂ ਹੋਈ ਜਾਂ ਉਹ ਬੰਦੇ ਕੋਲੇ ਜਿਹੜੀ ਪ੍ਰੈਸਕ੍ਰਾਈਬਡ ਮਿਨੀਮਮ ਕੁਆਲੀਫਿਕੇਸ਼ਨ ਹੈ ਉਹ ਨਹੀਂ ਹੈਗੀ, ਤਾਂ ਇਹ ਜੀ ਜਿਹੜੀ ਅਪੁਆਇੰਟਮੈਂਟ ਹੈ ਉਹਨੂੰ ਇਲੀਗਲ ਮੰਨਿਆ ਜਾਊਗਾ ਤੇ ਇਹ ਜਿਹੜੀ ਸਰਵਿਸ ਹੈ ਇਹ ਰੈਗੂਲਰ ਨਹੀਂ ਹੋ ਸਕਦੀ। ਪਰ ਜੇ ਕਿਸੇ EMPLOYEE ਦੀ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਪੂਰੀ ਹੈ ਤੇ ਉਹ ਸੈਂਕਸ਼ਨਡ ਪੋਸਟ ਦੇ ਉੱਪਰ ਕੰਮ ਕਰ ਰਿਹਾ ਹੈ, ਪਰ ਉਹਦੀ ਜਿਹੜੀ ਭਰਤੀ ਹੈ ਉਹ ਕੰਪੀਟੀਟਿਵ ਸਿਲੈਕਸ਼ਨ ਦੇ ਥਰੂ ਨਹੀਂ ਗਈ, ਕਹਿਣ ਤੋਂ ਭਾਵ ਜੇ ਅਰਜ਼ੀਆਂ ਦੀ ਮੰਗ ਸਪੋਜ਼ ਇਹਦੇ ਵਿੱਚ ਨਹੀਂ ਕੀਤੀ ਗਈ ਤਾਂ ਉਹ ਭਰਤੀ ਨੂੰ ਇਰਰੈਗੂਲਰ ਮੰਨਿਆ ਜਾਊਗਾ ਤੇ ਇਹਨੂੰ ਰੈਗੂਲਰ ਕਰਨ ਵਾਸਤੇ ਕੰਸੀਡਰ ਕੀਤਾ ਜਾ ਸਕਦਾ ਸਰਕਾਰ ਵੱਲੋਂ। ਤਾਂ ਇਹ ਦੋਸਤੋ ਕੁਝ ਪੁਆਇੰਟ ਸੀ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਬੇਸ ਦੇ ਉੱਪਰ ਜਿਨ੍ਹਾਂ ਨੂੰ ਕਿਸੇ ਵੀ ਸਰਕਾਰੀ ਸਰਵਿਸ ਨੂੰ ਰੈਗੂਲਰ ਕਰਦੇ ਹੋਏ ਸਰਕਾਰੀ ਅਦਾਰਿਆਂ ਨੂੰ ਧਿਆਨ 'ਚ ਰੱਖਣਾ ਪੈਣਾ ਹੈ ਤੇ ਇਹਨਾਂ ਪੁਆਇੰਟਸ ਦੀ ਵਾਇਓਲੇਸ਼ਨ ਹੈ ਜਿਹੜੀ ਜੇ ਕੀਤੀ ਜਾਂਦੀ ਹੈ ਤਾਂ ਉਹ ਚੈਲੰਜ ਹੋ ਸਕਦੀ ਹੈ ਕੋਰਟ ਦੇ ਵਿੱਚ ਤੇ ਇਹ ਜਿਹੀਆਂ ਜਿਹੜੀਆਂ ਸਰਵਿਸਿਜ਼ ਰੈਗੂਲਰ ਹੋਣਗੀਆਂ ਉਹ ਰੱਦ ਵੀ ਹੋ ਸਕਦੀਆਂ ਨੇ ਇਨ ਫਿਊਚਰ। ਤੇ ਇਹਨਾਂ ਪੁਆਇੰਟਸ ਨੂੰ ਕੰਸੀਡਰ ਕਰਨਾ ਪਊਗਾ ਸਰਕਾਰ ਨੂੰ ਜਦੋਂ ਸਰਵਿਸਿਜ਼ ਨੂੰ ਕਿਸੇ ਵੀ EMPLOYEE ਦੇ ਰੈਗੂਲਰ ਕਰ ਰਹੀ ਹੈ। ਤਾਂ ਦੋਸਤੋ ਇਹ ਸੀ ਛੋਟੀ ਜਿਹੀ ਜਾਣਕਾਰੀ ਸਰਵਿਸਿਜ਼ ਨੂੰ ਰੈਗੂਲਰ ਕਰਨ ਨੂੰ ਲੈ ਕੇ ਜਿਹੜੀਆਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨੇ ਉਹਨਾਂ ਦੇ ਬਾਰੇ 'ਚ। ਉਮੀਦ ਹੈ ਤੁਹਾਨੂੰ ਇਹਦੇ ਬਾਰੇ ਕਾਫੀ ਕਲੈਰਿਟੀ ਹੋਊਗੀ। ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਮੁਲਾਜ਼ਮ ਖਬਰ ਦੇ ਨਾਲ। ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।